कीता करना सर्ब रजाई, किश कीचै जे कर सकीऐ। धन गुरु रामदास महाराज जी महान किरपा कर रहे ने कि जो कुछ भी हो रहा है सब कुछ रजा दे विच हो रहा है। कीता करना, जो कुछ भी कीता है ਜਾਂ करना है सब कुछ उसकी रजा दे विच होना है। किश कीचै जे कर सकीए, परमात्मा के हुक्म तो उल्टा ਆਪਾਂ कुछ भी कर नहीं सकते। इस करके उसकी रजा दे विच सब कुछ होना है। इसलिए पातशाह जी कृपा कर रहे ने, अपना कीता किसू ना होवै, ज्यों हर भावै त्यों रखीए। इसलिए पातशाह जी कृपा कर रहे ने, अपने अनुसार असीं कुछ भी कर नहीं सकते। हर भावै त्यों रखीए, जिवें परमेश्वर नूं भाउंदा है बिल्कुल उदां ही होना है। जीव ਦੇ ਕਈ ਫੁਰਨੇ ਬਣਦੇ ਆ, ਇੱਕ ਇਨਸਾਨ ਦੇ ਇੱਕ ਦਿਨ ਦੇ ਵਿੱਚ ਹਜ਼ਾਰਾਂ ਹੀ ਫੁਰਨੇ ਬਣਦੇ ਆ ਕਿ ਇੱਦਾਂ ਇੱਦਾਂ ਹੋ ਜਾਵੇ, ਮੈਨੂੰ ਆਹ ਕੁਝ ਮਿਲ ਜਾਏ। ਇੱਕ ਦਿਨ ਦੇ 1000 ਫੁਰਨੇ, ਪਰ ਉਹ 1000 ਫੁਰਨੇ ਸਾਡੇ ਪੂਰੇ ਨਹੀਂ ਹੁੰਦੇ। ਕਿਹੜੇ ਹੁੰਦੇ ਪੂਰੇ? ਜੋ ਮਾਲਕ ਨੂੰ ਚੰਗਾ ਲੱਗਦਾ ਹੈ, ਬਿਲਕੁਲ ਉਸੇ ਪ੍ਰਕਾਰ ਹੁੰਦਾ ਹੈ। ਇਸ ਲਈ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਨੇ, ਮੇਰੇ ਹਰ ਜੀਓ ਸਭ ਕੋ ਤੇਰਾ ਵਸ। इस लिए हे परमेश्वर, तेरे अगे नमस्कार ही करनी पेगी कि सारा कुछ ही तेरे वास है। जे झुकण की गल आएगी तो परमेश्वर अगे झुकना ही पेगा, एक ना एक दिन तो जरूर झुकना पैंदा है। वड्डे वड्डे बादशाह आए, उन्होंने फिर परमेश्वर अगे झुकना पिया। वड्डे वड्डे बल वाले बलवान योधे आए, उन्होंने भी परमेश्वर के अगे गोडे टेकने पे भी कि परमेश्वर तेरे तो उपर कोई नहीं। इसलिए पातशाह जी कृपा कर रहे हैं कि कहना यही पेगा कि परमात्मा सब कुछ ही तेरे वस है। अगे पातशाह जी कृपा कर रहे ने, असां जोर नाही जे किश कर हम सक है, ज्यों भावै तिवै बख्श। इसलिए पातशाह तेरे अगे साडा कोई भी जोर नहीं है, किसी भी जीव का परमेश्वर अगे कोई जोर नहीं। कई हुंदे आ भी अपना जोर चला के काम करा लेंदे, पर कहते परमेश्वर अगे बंदे तेरा जोर नहीं चल सकता, ਉਹਦੇ तो जोर पा के काम नहीं करा सकते। उन्हें जो कुछ करना उन्हें करके रहना, तेरे दबके दे नाल उन्हें हट नहीं जाना। इसलिए पातशाह जी कृपा कर रहे हैं, जोर है ही नहीं परमेश्वर अगे, किसी का कोई जोर नहीं चलता। जे किश कर हम सक है, ज्यों भावै तिवै बख्श। बस यही कृपा करनी पातशाह, तेरे अगे जोर तो कोई नहीं, बस अपनी मेहर भरिया हथ रखना, बख्श लैना, बस ये तेरे अगे अरदास है। अगे पातशाह जी कृपा कर रहे ने, सब जियो पिंड दिया तुदे आपे कार्य लाया। हे पातशाह, ये सारा कुछ तू आप ही बनाया है, सारी सृष्टि तू आप साजी है। इत्थों तक मेरे शरीर बनाने वाला परमेश्वर तू आप है, ਇਹਦੇ ਵਿੱਚ ਸਵਾਸ ਪਾਉਣ ਵਾਲਾ ਤੂੰ ਆਪ ਹੈ, ਇਸ ਨੂੰ ਚਲਾਉਣ ਵਾਲਾ ਤੂੰ ਆਪ ਹੈ। ਜਿੱਥੇ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਉਹ ਆਪਾਂ ਨੂੰ ਵੀ ਪਰਮੇਸ਼ਰ ਚਲਾ ਰਿਹਾ ਹੈ, ਹਰ ਇੱਕ ਨੂੰ ਸਭ ਕੁਝ ਪਹੁੰਚਾ ਰਿਹਾ ਹੈ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੁਧ ਆਪੇ ਕਾਰੈ ਲਾਇਆ। ਇੱਥੋਂ ਤੱਕ ਕਹਿੰਦੇ ਪਰਮੇਸ਼ਰ ਨੇ ਜੋ ਸਾਡੇ ਰਿਜ਼ਕ ਦਾ ਸਾਧਨ ਬਣਾਇਆ ਹੋਇਆ ਉਹ ਵੀ ਪਰਮੇਸ਼ਰ ਨੇ ਆਪ ਹੀ ਲਾਇਆ ਹੋਇਆ। ਜਿੱਥੇ ਜਿੱਥੇ ਕੋਈ ਕੰਮ ਕਾਜ ਲੱਗਿਆ ਹੋਇਆ ਇਹ ਵੀ ਪਰਮੇਸ਼ਰ ਦੀ ਰਜ਼ਾ ਦੇ ਨਾਲ ਹੋ ਰਿਹਾ ਹੈ, ਉਸ ਦੀ ਰਜ਼ਾ ਤੋਂ ਬਾਹਰ ਕੁਛ ਵੀ ਨਹੀਂ ਹੋ ਰਿਹਾ। ਕਈ ਵਾਰ ਕਈ ਜੀਵ ਮਿਲਦੇ ਆ, ਉਹ ਕਹਿਣਗੇ ਤੁਹਾਡਾ ਕੰਮ ਬੜਾ ਵਧੀਆ, ਸਾਡਾ ਕੰਮ ਵਧੀਆ ਨਹੀਂ, पर वो परमेश्वर ने वेख के सारिਆਂ ਨੂੰ ਲਾਇਆ ਹੋਇਆ। ਜਿਹੜਾ ਵਕੀਲ ਬਣਿਆ ਹੋਇਆ ਅੱਜ, ਉਹ ਪਰਮੇਸ਼ਰ ਨੂੰ ਪਤਾ ਇਹਦਾ ਦਿਮਾਗ ਹੈ, ਇਹ ਇਸ ਪ੍ਰਕਾਰ ਕਿਸੇ ਨੂੰ ਇਨਸਾਫ ਦਿਵਾ ਸਕਦਾ ਹੈ, ਤੇ ਉਹ ਪਰਮੇਸ਼ਰ ਨੇ ਉਹਨੂੰ ਵਕੀਲ ਬਣਾ ਦਿੱਤਾ। ਜੇ ਕੋਈ ਕਾਰੀਗਰ ਬਣਿਆ ਹੋਇਆ, ਮਿਸਤਰੀ ਬਣਿਆ, ਪਰਮੇਸ਼ਰ ਨੂੰ ਪਤਾ ਇਹ ਲੱਕੜ ਦਾ ਕੰਮ ਬੜਾ ਵਧੀਆ ਕਰ ਸਕਦਾ ਹੈ, ਪਰਮੇਸ਼ਰ ਨੇ ਉਹਨੂੰ ਕਾਰੀਗਰ ਲੱਕੜ ਦਾ ਬਣਾ ਦਿੱਤਾ। ਇਸੇ ਤਰ੍ਹਾਂ ਜੇ ਕੋਈ ਗਿਆਨ ਵੰਡ ਰਿਹਾ ਹੈ, ਉਹ ਪਰਮੇਸ਼ਰ ਨੂੰ ਪਤਾ ਵੀ ਇਹ ਗਿਆਨ ਵੰਡਣ ਦੇ ਕਾਬਲ ਹੈ, ਤੇ ਪਰਮੇਸ਼ਰ ਨੇ ਉਹਨੂੰ ਉੱਥੇ ਲਾ ਦਿੱਤਾ ਹੈ। ਇਸੇ ਲਈ ਸਾਰਾ ਕੁਝ ਹੀ ਜੋ ਕੁਝ ਵੀ ਸ੍ਰਿਸ਼ਟੀ ਦੇ ਅੰਦਰ ਕੰਮ ਕਾਜ ਚੱਲ ਰਿਹਾ ਹੈ, ਇਹ ਵੀ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੈ। ਕਹਿੰਦੇ ਜਿਵੇਂ ਜਿਵੇਂ ਪਰਮੇਸ਼ਰ ਨੇ ਕਿਸੇ ਨੂੰ ਆਰੇ ਲਾਇਆ ਹੋਇਆ, ਉਸੇ ਪ੍ਰਕਾਰ ਹੀ ਸਾਰੇ ਲੱਗੇ ਹੋਏ ਹੈ। ਅੱਗੇ ਪਾਤਸ਼ਾਹ ਜੀ ਮਹਾਨ ਕਿਰਪਾ ਕਰਦੇ ਨੇ, ਜਿਹਾ ਤੂੰ ਹੁਕਮ ਕਰਹਿ ਤੇਹੇ ਕੋ ਕਰਮ ਕਮਾਵੈ, ਜਿਹਾ ਤੁਧ ਧੁਰ ਲਿਖ ਪਾਇਆ। ਇੱਥੋਂ ਤੱਕ ਪਾਤਸ਼ਾਹ ਜੀ ਇਹ ਵੀ ਕਿਰਪਾ ਕਰਦੇ ਨੇ ਕਿ ਪਰਮਾਤਮਾ ਜਿਹੋ ਜਿਹਾ ਤੇਰਾ ਹੁਕਮ ਹੁੰਦਾ ਹੈ ਉੱਦਾਂ ਹੀ ਜੀਵ ਕਰ ਦਿੰਦਾ ਆ। ਜਦੋਂ ਮਾਲਕ ਵਾਹਿਗੁਰੂ ਨੇ ਮੱਤ ਦੇ ਉੱਤੇ ਪਰਦਾ ਪਾਉਣਾ ਹੁੰਦਾ ਨਾ, ਵੱਡੇ ਵੱਡੇ ਜਿਹੜੇ ਗਿਆਨਵਾਨ ਵੀ ਉਹ ਵੀ ਡਿੱਗ ਜਾਂਦੇ। ਕਦੋਂ?
ਜਦੋਂ ਉਹਦਾ ਹੁਕਮ ਜਿਹੋ ਜਿਹਾ ਉਹਦਾ ਹੁਕਮ ਹੋ ਜਾਂਦਾ, ਕਹਿੰਦੇ ਬੰਦਾ ਉੱਦਾਂ ਦੇ ਕਰਮ ਕਰਦਾ ਹੈ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਹਮੇਸ਼ਾ ਹੀ ਮਾਲਕ ਵਾਹਿਗੁਰੂ ਦੇ ਅੱਗੋਂ ਚੰਗੀ ਮੱਤ ਮੰਗਣੀ ਚਾਹੀਦੀ। ਪਰਮੇਸ਼ਰ ਚੰਗੀ ਮੱਤ ਦੇਣਾ, ਤੇ ਕਰਮ ਦੀ ਗੱਲ ਆਵੇ ਤਾਂ ਉਦੋਂ ਪਰਮੇਸ਼ਰ ਦੇ ਅੱਗੇ ਹੱਥ ਜੋੜ ਕੇ ਖੜ ਜਾਣਾ, ਪਾਤਸ਼ਾਹ ਚੰਗਾ ਹੀ ਕਰਮ ਮੇਰੇ ਕੋਲ ਕਰਾਈ, ਕੋਈ ਮਾੜਾ ਕਰਮ ਨਾ ਕਰਾ ਦੇ, ਕਿਉਂਕਿ ਕਰਾਉਣ ਵਾਲਾ ਮਾਲਕ ਵਾਹਿਗੁਰੂ ਹੈ, ਸਮਰੱਥਾ ਦੇਣ ਵਾਲਾ ਮਾਲਕ ਵਾਹਿਗੁਰੂ ਹੈ। ਇਹੀ ਅਰਦਾਸ ਹੀ ਬੰਦੇ ਨੂੰ ਬਚਾਉਂਦੀ ਹੈ, ਅਰਦਾਸ। ਇਸੇ ਲਈ ਸਤਿਗੁਰਾਂ ਨੇ ਸਾਨੂੰ ਅਰਦਾਸ ਦਿੱਤੀ ਹੈ। ਜਾਲ ਦੇ ਵਿੱਚ ਕੋਈ ਬੰਦਾ ਫਸਿਆ ਹੋਵੇ, ਜੰਜਾਲ ਦੇ ਵਿੱਚ ਫਸਿਆ ਹੋਵੇ, ਬਾਹਰ ਕੱਢਣ ਵਾਲੀ ਅਰਦਾਸ ਹੈ। ਪਰਮੇਸ਼ਰ ਦੇ ਅੱਗੇ ਅਰਦਾਸ ਅਰਜ਼ੋਈ ਹੀ ਜਾਲ ਦੇ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਜਿਵੇਂ ਤੇਰਾ ਹੁਕਮ ਹੋਣਾ ਆ, ਬਸ ਬੰਦੇ ਨੇ ਉਹੋ ਜਿਹਾ ਕਰਮ ਕਰ ਦੇਣਾ ਆ। ਜਿਹਾ ਤੁਧ ਧੁਰ ਲਿਖ ਪਾਇਆ, ਜਿਹੋ ਜਿਹਾ ਤੂੰ ਧੁਰ ਤੋਂ ਲਿਖ ਕੇ ਭੇਜ ਦਿੱਤਾ, ਬਿਲਕੁਲ ਭਾਈ ਉੱਦਾਂ ਹੀ ਸਾਡੇ ਜੀਵਨ ਦੇ ਵਿੱਚ ਵਾਪਰ ਰਿਹਾ ਹੈ। ਕਈ ਵਾਰ ਆਪਾਂ ਕੁਝ ਗੱਲਾਂ ਸੋਚੀਆਂ ਨਹੀਂ ਹੁੰਦੀਆਂ, ਪਰ ਉਹ ਵਾਪਰ ਰਹੀਆਂ ਆ, ਉਹ ਹੋ ਰਿਹਾ ਹੈ ਉੱਦਾਂ। ਇਹ ਕੀ ਹੈ? ਇਹ ਪਾਤਸ਼ਾਹ ਜੀ ਕਹਿੰਦੇ ਧੁਰ ਤੋਂ ਲਿਖ ਕੇ ਜੋ ਕੁਝ ਤੇਰੇ ਨਾਲ ਧੁਰ ਤੋਂ ਤੂੰ ਲਿਖਾ ਕੇ ਆਇਆ, ਉਹ ਕੁਝ ਭਾਈ ਤੇਰੇ ਨਾਲ ਵਾਪਰ ਰਿਹਾ ਹੈ, ਉਹ ਹੋ ਕੇ ਹੀ ਰਹਿਣਾ ਆ। ਇਸੇ ਲਈ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਨੇ, ਪੰਚ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਕਹਿੰਦੇ ਪੰਜ ਤੱਤਾਂ ਤੋਂ ਪਰਮੇਸ਼ਰ ਨੇ ਸਰੀਰ ਸਾਜਿਆ ਹੈ, ਪੰਜ ਤੱਤ ਪਰਮੇਸ਼ਰ ਨੇ ਸ੍ਰਿਸ਼ਟੀ ਵਿੱਚ ਰਚੇ ਹੈ। ਹਵਾ, ਪਾਣੀ, ਅੱਗ, ਆਕਾਸ਼, ਧਰਤੀ, ਪੰਜ ਤੱਤਾਂ ਤੋਂ ਸਰੀਰ ਬਣਿਆ। ਅਤੇ ਪਾਤਸ਼ਾਹ ਜੀ ਕਿਰਪਾ ਕਰ ਰਹੇ, ਜੇ ਕੋਈ ਪਰਮੇਸ਼ਰ ਦੇ ਨਾਲ ਮੱਥਾ ਲਾਉਂਦਿਆਂ ਹੋਵੇ ਕਵੇ ਕਿ ਨਹੀਂ ਜੀ ਛੇਵਾਂ ਵੀ ਤੱਤ ਹੁੰਦਾ ਆ, ਅਤੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਪੰਜ ਤੱਤਾਂ ਤੋਂ ਸਰੀਰ ਬਣਾ ਦਿੱਤਾ। ਪੰਜ ਤੱਤ ਹੀ ਪਰਮੇਸ਼ਰ ਨੇ ਸਾਜੇ ਹੋਏ ਹੈ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਜੇ ਕੋਈ ਪਾਤਸ਼ਾਹ ਜੀ ਕਹਿੰਦੇ ਕਹਿ ਰਿਹਾ ਨਾ ਛੇਵਾਂ ਤੱਤ ਹੈ, ਅਤੇ ਪਾਤਸ਼ਾਹ ਜੀ ਕਹਿੰਦੇ ਫਿਰ ਬਣਾ ਕੇ ਵਿਖਾਵੇ, ਉਹ ਫਿਰ ਬਣਾ ਕੇ ਦਿਖਾਵੇ। ਪਰਮੇਸ਼ਰ ਨੇ ਪੰਜ ਤੱਤ ਸਾਜੇ, ਪੰਜ ਸ੍ਰਿਸ਼ਟੀ ਦੇ ਵਿੱਚ ਬਣਾਏ ਹੋਏ ਆ, ਛੇਵਾਂ ਕੋਈ ਤਿਆਰ ਹੀ ਨਹੀਂ ਕਰ ਸਕਦਾ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਇਕ ਨਾ ਸਤਿਗੁਰ ਮੇਲ ਤੂੰ ਬੁਝਾਵਹਿ, ਇੱਕ ਮਨਮੁਖ ਕਰਹਿ ਸੇ ਰੋਵੈ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵਹਿ, ਕਹਿੰਦੇ ਕਈਆਂ ਨੂੰ ਤਾਂ ਪਰਮੇਸ਼ਰ ਤੂੰ ਆਪਣੇ ਨਾਲ ਮਿਲਾਪ ਕਰਾ ਕੇ, ਸਤਿਗੁਰ ਦੇ ਨਾਲ ਮਿਲਾਪ ਕਰਾ ਕੇ ਉਹਨਾਂ ਨੂੰ ਜੀਵਨ ਦੀ ਸਾਰ ਦਾ, ਉਹਨਾਂ ਨੂੰ ਜੀਵਨ ਦੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ। ਉਹਨਾਂ ਨੂੰ ਪਤਾ ਲੱਗ ਗਿਆ ਜੀਵਨ ਦਾ ਵੀ ਕਾਹਦੇ ਵਾਸਤੇ ਸੰਸਾਰ ਵਿੱਚ ਆਏ ਆ। ਚੰਗੇ ਮਾੜੇ ਦਾ ਉਹਨਾਂ ਨੂੰ ਭੇਦ ਹੋ ਗਿਆ, ਸਾਰਾ ਪਤਾ ਲੱਗ ਗਿਆ। ਚੰਗਾ ਕੀ ਹੈ, ਮਾੜਾ ਕੀ ਹੈ, ਭਲਾ ਕੀ ਹੈ, ਬੁਰਾ ਕੀ ਹੈ, ਸਾਰਾ ਕੁਝ ਉਹਨਾਂ ਨੂੰ ਪਤਾ ਲੱਗ ਗਿਆ। ਇੱਕ ਮਨਮੁਖ ਕਰਹਿ ਸੇ ਰੋਵੈ, ਕਹਿੰਦੇ ਕਈਆਂ ਦੀ ਬੁੱਧੀ ਜਿਹੜੀ ਭ੍ਰਿਸ਼ਟ ਕਰ ਦਿੱਤੀ, ਮਨ ਦੇ ਮਗਰ ਲੱਗੇ ਹੋਏ ਆ, ਅਤੇ ਮਨ ਮਗਰ ਲੱਗਣ ਕਰਕੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਮਨ ਮੁਖਤਾ ਦਾ ਜੀਵਨ ਬਤੀਤ ਕਰਦਿਆਂ ਹੋਇਆਂ ਇੱਕ ਮਨਮੁਖ ਕਰਹਿ ਸੇ ਰੋਵੈ। ਕਹਿੰਦੇ ਮਨਮੁਖਤਾ ਦੇ ਵਿੱਚ ਜੀਵਨ ਜਿਉਂਦਿਆਂ ਹੋਇਆਂ ਕਰਮ ਉਹ ਪੁੱਠੇ ਕਰ ਰਿਹਾ, ਉਹ ਕਰਮਾਂ ਦੀ ਜਦੋਂ ਹੁਣ ਸਜ਼ਾ ਮਿਲ ਰਹੀ ਹੈ ਅਤੇ ਉਹ ਰੋਂਦਾ ਆ, ਉਹ ਰੋ ਰਿਹਾ ਆ। ਅਤੇ ਪਾਤਸ਼ਾਹ ਜੀ ਕਿਰਪਾ ਕਰਨ ਨੇ ਇਹ ਵੀ ਤੇਰਾ ਹੁਕਮ ਹੈ, ਇਹ ਵੀ ਤੇਰਾ ਹੁਕਮ ਹੈ। ਜਿਹਦੇ ਕੋਲ ਜਿਹੜਾ ਕਰਮ ਕਰਾਉਣਾ ਉਹ ਕਰਾ ਕੇ ਪਰਮੇਸ਼ਰ ਨੇ ਰਹਿਣਾ ਆ। ਜਿਵੇਂ ਕਿ ਇੱਕ ਪੰਡਤ ਸੀ, ਉਹ ਕੰਮ ਉਹਨੇ ਗਲਤ ਕਰਨੇ, ਮਾੜੇ ਕੰਮ ਕਰਨੇ, ਅਤੇ ਦੁਨੀਆ ਦੇ ਵਿੱਚ ਉਹਦੀ ਸ਼ੋਭਾ ਬੜੀ ਸੀ, ਕਹਿੰਦੇ ਸੀ ਬਹੁਤ ਵਧੀਆ ਹੈ, ਬਹੁਤ ਵਧੀਆ। ਉਹ ਆਪਣੇ ਆਪ ਨੂੰ ਬੜਾ ਕਹਿੰਦਾ ਸੀ ਕਿਹੜਾ ਕੋਈ ਸਜ਼ਾ ਮਿਲ ਰਹੀ ਹੈ। ਉਹਦੀ ਅਚਾਨਕ ਜਿਹੜੀ ਮ੍ਰਿਤਿੂ ਹੋਈ ਹੈ, ਸਜ਼ਾ ਮਿਲੀ ਨਹੀਂ, ਅਚਾਨਕ ਮ੍ਰਿਤਿੂ ਹੋ ਗਈ। ਕੰਮ ਮਾੜੇ ਕੀਤੇ ਸੀ, ਪਿਛਲੇ ਕਰਮਾਂ ਦਾ ਜਿਹੜਾ ਉਹਦਾ ਸੰਬੰਧ ਸੀ ਦੇਣ ਵਾਲਾ ਰਹਿੰਦਾ ਸੀ। ਹੁਣ ਉਹ ਸੰਸਾਰ ਦੇ ਵਿੱਚ ਜਦੋਂ ਹੁਣ ਵਾਪਰ ਰਿਹਾ ਸੀ, ਹੁਣ ਬਣਿਆ ਸੀ ਪੰਡਤ, ਪਾਠ ਪੂਜਾ ਕਰ ਰਿਹਾ ਸੀ, ਪਰ ਉਹ ਕਰਮਾਂ ਦਾ ਜਿਹੜਾ ਸੰਬੰਧ ਸੀ ਉਹ ਪੂਰਾ ਨਹੀਂ ਸੀ ਹੋਇਆ। ਉਹ ਜਿਹੜਾ ਕਰਮ ਉਹਨੇ ਗਲਤ ਕੀਤਾ ਹੋਇਆ ਸੀ ਉਹਦੀ ਸਜ਼ਾ ਹਾਲੇ ਮਿਲੀ ਨਹੀਂ ਸੀ, ਪਰ ਉਹਦੀ ਮ੍ਰਿਤਿੂ ਹੋ ਗਈ। ਜਦੋਂ ਉਸ ਦੀ ਮ੍ਰਿਤਿੂ ਹੋਈ ਹੈ ਅਤੇ ਫਿਰ ਉਹ ਕਰਮਾਂ ਦਾ ਸੰਬੰਧ ਪੂਰਾ ਕਰਨਾ ਸੀ ਪਰਮੇਸ਼ਰ ਨੇ। ਉਹ ਦੁਬਾਰੇ ਫਿਰ ਉਹਦੇ ਸਵਾਸ ਚੱਲ ਪਏ, ਸਾਰੇ ਰੋ ਰਹੇ ਆ ਪਰ ਸਵਾਸ ਦੁਬਾਰੇ ਚੱਲ ਪਏ। ਉਸ ਦੇ ਸਵਾਸ ਜਦੋਂ ਦੁਬਾਰਾ ਚੱਲੇ ਤਾਂ ਉਹ ਬੜੇ ਮਾਣ ਦੇ ਵਿੱਚ ਆ ਗਿਆ, ਅਤੇ ਮੈਨੂੰ ਸਵਾਸ ਦੁਬਾਰੇ ਮਿਲੇ ਆ। ਸਾਰੇ ਕਹਿਣ ਲੱਗੇ ਤੇਰੀ ਮ੍ਰਿਤਿੂ ਹੋ ਗਈ ਸੀ। ਕਹਿੰਦੇ ਅੱਛਾ, ਕਹਿੰਦੇ ਹੁਣ ਤਾਂ ਮੇਰੇ ਸਵਾਸ ਚੱਲ ਰਹੇ, ਬੜਾ ਖੁਸ਼ ਹੋਇਆ। ਪਰ ਕੁਝ ਸਮੇਂ ਬਾਅਦ ਫਿਰ ਉਹ ਇਤਨਾ ਜ਼ਿਆਦਾ ਬਿਮਾਰ ਹੋਇਆ, ਕੋੜ੍ਹ ਦਾ ਉਹਨੂੰ ਰੋਗ ਹੋਇਆ ਉਸ ਨੂੰ।
ਕੋੜ ਦਾ ਰੋਗ ਹੋਇਆ। ਉਹ ਫਿਰ ਜਿੰਨਾ ਸਮਾਂ ਉਹਦਾ ਲਿਖਿਆ ਸੀ ਉਨਾ ਉਹਨੇ ਭੋਗਿਆ। ਇੱਥੋਂ ਤੱਕ ਘਰ ਵਾਲੇ ਵੀ ਉਹਦੇ ਲਾਗੇ ਨਹੀਂ ਸੀ ਜਾ ਰਹੇ, ਪਤਨੀ ਵੀ ਉਹਦੇ ਕੋਲੋਂ ਚਲੇ ਗਈ, ਬੱਚੇ ਵੀ ਚਲੇ ਗਏ। ਕਹਿੰਦੇ ਇੱਥੇ ਹੀ ਇਹਨੂੰ ਰਹਿਣ ਦਿਓ, ਆਪਾਂ ਕਿਤੇ ਹੋਰ ਚਲੇ ਜਾਈਏ, ਨਹੀਂ ਤੇ ਆਪਾਂ ਵੀ ਮਾਰੇ ਜਾਵਾਂਗੇ। ਉਹ ਫਿਰ ਤੜਫ ਤੜਫ ਕੇ ਉਹ ਜਿੰਨਾ ਉਹਦਾ ਸੰਬੰਧ ਸੀ ਉਹ ਕੀਤੇ ਕਰਮ ਦਾ ਹਿਸਾਬ ਕਿਤਾਬ ਉਹ ਪੂਰਾ ਉਹਨੇ ਦਿੱਤਾ। ਉਸ ਤੋਂ ਬਾਅਦ ਉਹਦਾ ਫਿਰ ਛੁਟਕਾਰਾ ਹੋਇਆ ਬਾਅਦ ਵਿੱਚ। ਇਸੇ ਲਈ ਪਾਤਸ਼ਾਹ ਜੀ ਮਹਾਨ ਕਿਰਪਾ ਕਰਨੇ, ਇੱਕ ਮਨਮੁਖ ਕਰਹਿ ਸੇ ਰੋਵੈ। ਬੁਰਾ ਕਰਮ ਬੰਦਾ ਕਰ ਤੇ ਦਿੰਦਾ ਆ, ਪਰ ਜਦੋਂ ਇਹਦਾ ਹਿਸਾਬ ਕਿਤਾਬ ਦੇਣਾ ਪੈਂਦਾ ਤਾਂ ਪਾਤਸ਼ਾਹ ਜੀ ਕਹਿੰਦੇ ਉਦੋਂ ਬੰਦਾ ਰੋਂਦਾ ਆ। ਇਸੇ ਲਈ ਕਰਮ ਮਾੜਾ ਨਹੀਂ ਕਰਨਾ ਅਤੇ ਪਰਮਾਤਮਾ ਕੋਲੋਂ, ਪਰਮੇਸ਼ਰ ਕੋਲੋਂ ਮੰਗਣਾ ਵੀ ਇਹ ਕਿ ਪਰਮਾਤਮਾ ਪਰਮੇਸ਼ਰ ਮੇਰੇ ਕੋਲੋਂ ਗਲਤ ਕਰਮ ਨਾ ਕਿਤੇ ਕਰਾ ਦੇਈਂ, ਚੰਗਾ ਕਰਮ ਜਿੰਨਾ ਮਰਜ਼ੀ ਕਰਾ ਦੇ, ਭਲਾ ਜਿੰਨਾ ਮਰਜ਼ੀ ਕਰਾ ਦੇਈਂ, ਦਾਨ ਪੁੰਨ ਜਿੰਨਾ ਮਰਜ਼ੀ ਕਰਾ ਦੇਈਂ, ਕਿਸੇ ਦਾ ਭਲਾ ਕਰਨ ਦਾ ਕੰਮ ਹੈ ਪਰਮਾਤਮਾ ਕਰਾ ਦੇਈਂ, ਪਰ ਮਾੜਾ ਕਰਮ ਨਾ ਕਰਾਂ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਮਨਮੁਖ ਕਰਹਿ ਸੋ ਰੋਵੈ। ਮਨਮੁਖ ਕਰਮ ਕਰਦੇ ਆ, ਮਾੜੇ ਕੰਮ ਕਰਦੇ ਆ ਮਨਮੁਖ ਇਨਸਾਨ, ਅਤੇ ਜਦੋਂ ਇਹਨਾਂ ਦਾ ਫਿਰ ਹਿਸਾਬ ਕਿਤਾਬ ਦੇਣਾ ਪੈਂਦਾ ਤਾਂ ਪਾਤਸ਼ਾਹ ਜੀ ਕਹਿੰਦੇ ਫਿਰ ਰੋਂਦੇ ਹੈ। ਅੱਗੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਹਰ ਕੀ ਵਡਿਆਈ ਹੋ ਆਖ ਨਾ ਸਾਕਾ, ਹੋ ਮੂਰਖ ਮੁਗਧ ਨਿਚਾਣ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ, ਪਾਤਸ਼ਾਹ ਅਸੀਂ ਤੇ ਅਣਜਾਣ ਹਾਂ, ਅਸੀਂ ਬਹੁਤੇ ਸਿਆਣੇ ਨਹੀਂ, ਤੇਰੀ ਵਡਿਆਈ ਪਾਤਸ਼ਾਹ ਅਸੀਂ ਕਹਿ ਨਹੀਂ ਸਕਦੇ, ਆਖ ਨਹੀਂ ਸਕਦੇ। ਇੰਨੀ ਤੇਰੀ ਵਡਿਆਈ ਹੈ, ਕਿੰਨੀ ਕੁ ਤੇਰੀ ਵਡਿਆਈ ਬਿਆਨ ਕਰੀਏ, ਇੰਨਾ ਤੂੰ ਬੇਅੰਤ ਹੈ। ਸਾਰੀ ਸ੍ਰਿਸ਼ਟੀ ਨੂੰ ਚਲਾ ਰਹੇ, ਇੱਕ ਦੋ ਬੰਦਿਆਂ ਨੂੰ ਥੋੜ੍ਹਾ ਚਲਾ ਰਹੇ ਹਾਂ, ਸਾਰੀ ਸ੍ਰਿਸ਼ਟੀ ਨੂੰ ਚਲਾ ਰਹੇ ਹਾਂ, ਜੀਵ ਜੰਤੂਆਂ ਨੂੰ ਚਲਾ ਰਹੇ ਹਾਂ, ਸਭ ਕੁਝ ਹੀ ਤੂੰ ਚਲਾ ਰਿਹਾ। ਕਿੰਨਾ ਕੁਝ ਪਰਮੇਸ਼ਰ ਦੇ ਵੱਸ ਹੈ। ਇੱਥੇ ਬੰਦਾ, ਇੱਕ ਬੰਦਾ ਪਰਮੇਸ਼ਰ ਨੂੰ ਤਾਨੇ ਮਿਹਣੇ ਦੇਈ ਜਾਂਦਾ, ਤੂੰ ਮੇਰੇ ਨਾਲ ਆਹ ਨਹੀਂ ਕੀਤਾ, ਮੇਰਾ ਆਹ ਕੰਮ ਨਹੀਂ ਕੀਤਾ, ਲੈ ਮੈਂ ਤੇਰੇ ਨਾਲ ਨਾਰਾਜ਼ ਵੀ ਹੋ ਜਾਂਦੇ ਪਰਮੇਸ਼ਰ ਦੇ ਨਾਲ। ਜਦੋਂ ਕੰਮ ਨਹੀਂ ਹੁੰਦਾ ਪਰਮੇਸ਼ਰ ਨੂੰ ਕਈ ਮਾੜੇ ਬੋਲ ਵੀ ਬੋਲਦੇ ਕਿ ਮੇਰਾ ਕੰਮ ਨਹੀਂ ਕੀਤਾ, ਮੇਰਾ ਆਹ ਕੰਮ ਨਹੀਂ ਹੋਇਆ, ਪਰਮੇਸ਼ਰ ਦੇ ਨਾਲ ਨਾਰਾਜ਼ਗੀ ਦੇ ਵਿੱਚ ਫਿਰ ਮਾੜੇ ਬੋਲ ਵੀ ਬੋਲਦੇ। ਅਤੇ ਜਿਹਦਾ ਕੰਮ ਹੋ ਜਾਵੇ ਉਹ ਕਹਿੰਦੇ ਤੂੰ ਬੜਾ ਬੇਅੰਤ ਹੈ, ਬੜਾ ਚੰਗਾ ਹੈ। ਪਰਮੇਸ਼ਰ ਤਾਂ ਸਾਰਿਆਂ ਨੂੰ ਵੇਖ ਰਿਹਾ ਹੈ, ਹਰੇਕ ਦਾ ਉਹਨੇ ਕੰਮ ਕਰਨਾ ਹੈ, ਇੱਕ ਦੋ ਬੰਦਿਆਂ ਨੂੰ ਥੋੜ੍ਹਾ ਕਰਨਾ ਹੈ। ਸਭ ਤੋਂ ਜ਼ਿਆਦਾ ਬੋਝ ਹੁਣ ਆਪਾਂ ਕਹਿ ਰਹੇ ਬੰਦਾ ਅੱਜ ਕਹਿ ਰਿਹਾ ਮੇਰੇ 'ਤੇ ਬੋਝ ਬੜਾ ਹੈ, ਸਭ ਤੋਂ ਜ਼ਿਆਦਾ ਬੋਝ ਪਰਮੇਸ਼ਰ 'ਤੇ ਹੈ। ਉਹ ਤਾਂ ਆਪਾਂ ਨੂੰ ਦੇ ਰਿਹਾ ਅਤੇ ਆਪਾਂ ਖਾਈ ਜਾ ਰਹੇ ਹਾਂ, ਆਪਾਂ ਨੂੰ ਕਾਹਦਾ ਬੋਝ ਹੋਇਆ। ਖਾਣ ਨੂੰ ਦੇ ਰਿਹਾ, ਪਹਿਨਣ ਨੂੰ ਦੇ ਰਿਹਾ, ਰਹਿਣ ਨੂੰ ਦੇ ਰਿਹਾ, ਮਾਇਆ ਧਨ ਸਾਰਾ ਪਦਾਰਥ ਦੇ ਰਿਹਾ, ਚਿੰਤਾ ਕਿਹਨੂੰ ਹੈ? ਪਰਮੇਸ਼ਰ ਨੂੰ ਹੈ। ਫਿਰ ਪਰਮਾਤਮਾ ਜੀ ਇੱਥੇ ਸਤਿਗੁਰ ਕਹਿੰਦੇ ਤੂੰ ਚਿੰਤਾ ਕਿਉਂ ਕਰ ਰਿਹਾ? ਚਿੰਤਾ ਤਿਸ ਹੀ ਹੈ, ਉਹ ਪਰਮੇਸ਼ਰ ਨੂੰ ਚਿੰਤਾ ਹੈ ਜਿਹਨੇ ਤੈਨੂੰ ਦੇਣਾ ਆ। ਤੈਨੂੰ ਚਿੰਤਾ ਕਾਹਦੀ ਹੈ? ਬੱਚਿਆਂ ਨੂੰ ਕਾਹਦੀ ਚਿੰਤਾ ਹੁੰਦੀ? ਮਾਂ ਪਿਓ ਨੂੰ ਪਤਾ ਲਿਆ ਕੇ ਦੇਣਾ ਹੈ, ਬੱਚਿਆਂ ਨੂੰ ਕੋਈ ਚਿੰਤਾ ਨਹੀਂ। ਚਿੰਤਾ ਹੋਣੀ ਨਹੀਂ ਚਾਹੀਦੀ। ਇਸੇ ਲਈ ਸਤਿਗੁਰ ਵਾਰ-ਵਾਰ ਸਮਝਾਉਂਦੇ ਆ ਕਿ ਬੰਦੇ ਤੂੰ ਚਿੰਤਾ ਨਾ ਕਰਿਆ ਕਰ, ਚਿੰਤਨ ਕਰਿਆ ਕਰ, ਹੋ ਸਕੇ ਤਾਂ ਪਰਮੇਸ਼ਰ ਦੀ ਇਬਾਦਤ ਕਰਿਆ ਕਰ, ਉਸ ਦਾ ਸਿਮਰਨ ਕਰਿਆ ਕਰ। ਚਿੰਤਾ ਲੱਗ ਜਾਵੇ ਨਾ ਮਨ ਨੂੰ ਅਤੇ ਬੈਠ ਕੇ ਸਿਮਰਨ ਕਰਿਆ ਕਰੋ, ਬਾਣੀ ਪੜ੍ਹ ਲਿਆ ਕਰੋ, ਚਿੰਤਨ ਕਰਿਆ ਕਰੋ। ਪਰਮੇਸ਼ਰ ਦਾ ਚਿੰਤਾ ਨਾ ਕਰਿਆ ਕਰੋ, ਕਿਉਂਕਿ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਚਿੰਤਾ ਸਾਨੂੰ ਨਹੀਂ, ਚਿੰਤਾ ਉਸ ਪਰਮੇਸ਼ਰ ਨੂੰ ਹੈ। ਉਹਨੇ ਤਾਂ ਸਭ ਨੂੰ ਦੇਣਾ ਹੀ ਦੇਣਾ ਹੈ। ਚਿੰਤਾ ਕਰਾਂਗੇ ਤਾਂ ਵੀ ਮਿਲ ਹੀ ਜਾਣਾ ਹੈ, ਅਤੇ ਨਾ ਚਿੰਤਾ ਕਰੋ ਤਾਂ ਵੀ ਮਿਲ ਜਾਣਾ। ਅਤੇ ਦੇਣਾ ਕਿਹਨੇ ਹੈ? ਪਰਮੇਸ਼ਰ ਨੇ। ਸਭ ਨੂੰ ਦੇ ਰਿਹਾ ਹੈ, ਸਭ ਨੂੰ ਚਲਾ ਰਿਹਾ ਹੈ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਪਾਤਸ਼ਾਹ ਅਸੀਂ ਤਾਂ ਅਣਜਾਣ ਹਾਂ, ਅਸੀਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦੇ, ਤੇਰਾ ਅੰਤ ਨਹੀਂ ਪਾ ਸਕਦੇ। ਤੂੰ ਕੀ ਕੁਝ ਕਰ ਦੇਣਾ ਕੋਈ ਪਤਾ ਨਹੀਂ ਪਰਮੇਸ਼ਰ ਦਾ, ਇੱਕ ਖਿੰਨ ਵਿੱਚ ਕੀ ਹੋ ਜਾਣਾ। ਇਸੇ ਲਈ ਪਾਤਸ਼ਾਹ ਜੀ ਅਖੀਰਲੀ ਪਾਵਨ ਪੰਕਤੀ ਦੇ ਵਿੱਚ ਸਮਝਾਉਣਾ ਕਰ ਰਹੇ ਹੈ, ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਨਾਗਤ ਪਿਆ ਅਜਾਨ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦਾ ਨਾਮ ਸੰਬੋਧਨ ਕਰਕੇ ਨਮਸਕਾਰ ਕਰਕੇ ਕਿਰਪਾ ਕਰ ਰਹੇ ਹੈ, ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਨਾਗਤ ਪਿਆ ਅਜਾਨ। ਪਾਤਸ਼ਾਹ ਮੈਂ ਅਣਜਾਣ ਤੇਰੀ ਸ਼ਰਨ ਵਿੱਚ ਆ ਗਿਆ, ਪਤਾ ਮੈਨੂੰ ਕੁਛ ਨਹੀਂ, ਬਸ ਕਿਰਪਾ ਕਰਨੀ, ਬਖਸ਼ ਲੈਣਾ।